ਸਤਿ ਸ਼੍ਰੀ ਅਕਾਲ। ਮੈਂ ਦਵਿੰਦਰ ਕੌਰ ਸੈਣੀ ਹਾਜ਼ਰ ਹਾਂ ਸੌਖੇ, ਸਰਲ ਅਤੇ ਵਿਗਿਆਨਕ ਢੰਗ ਨਾਲ ਪੰਜਾਬੀ ਸਿਖਾਉਣ ਲਈ। ਅੱਜ ਫਿਰ ਅਸੀਂ ਅਰਜ਼ੀਆਂ ਲਿਖਣ ਦਾ ਤਰੀਕਾ ਸਿੱਖਾਂਗੇ। ਅੱਜ ਦੀ ਅਰਜ਼ੀ ਹੈ, ਸਕੂਲ ਦੇ ਪ੍ਰਿੰਸੀਪਲ ਨੂੰ ਜ਼ਰੂਰੀ ਕੰਮ ਲਈ ਛੁੱਟੀ ਲੈਣ ਲਈ ਅਰਜ਼ੀ ਲਿਖੋ। ਹੁਣ ਅਸੀਂ ਇੱਥੇ ਜ਼ਰੂਰੀ ਕੰਮ ਦੇਖਣਾ ਹੈ, ਪਰ ਉਹ ਤੋਂ ਪਹਿਲੇ ਅਸੀਂ ਫਾਰਮੈਟ ਦੇਖ ਲਈਏ। ਸੇਵਾ ਵਿੱਚ, ਜਿਵੇਂ ਆਪਾਂ ਪਹਿਲਾਂ ਹੀ ਲਿਖਿਆ ਸੀ ਸੇਵਾ ਵਿਖੇ, ਹੁਣ ਅਸੀਂ ਲਿਖ ਰਹੇ ਹਾਂ ਸੇਵਾ ਵਿੱਚ। ਇੱਕੋ ਹੀ ਗੱਲ ਹੈ, ਸੇਵਾ ਵਿੱਚ, ਸੇਵਾ ਵਿਖੇ। ਪ੍ਰਿੰਸੀਪਲ ਜੀ, ਕੌਮਾ, ਸੇਵਾ ਵਿੱਚ ਤੋਂ ਬਾਅਦ ਕੌਮਾ ਨਹੀਂ ਹੈ, ਪ੍ਰਿੰਸੀਪਲ ਜੀ ਤੋਂ ਬਾਅਦ ਕੌਮਾ ਹੈ। ਡੈਸ਼ ਡੈਸ਼ ਸਕੂਲ, ਕੌਮਾ, ਡੈਸ਼ ਡੈਸ਼ ਨਗਰ, ਕੌਮਾ, ਅੱਗੋਂ ਜਿਹੜਾ ਵੀ ਤੁਸੀਂ ਸ਼ਹਿਰ ਲਿਖਣਾ ਹੈ, ਅੰਮ੍ਰਿਤਸਰ ਹੈ, ਪਟਿਆਲਾ ਹੈ, ਸੰਗਰੂਰ ਹੈ, ਜਲੰਧਰ ਹੈ, ਕੋਈ ਵੀ ਤੁਸੀਂ ਉਹ ਲਿਖ ਕੇ ਅਤੇ ਡੰਡੀ ਪਾ ਦਿਓ। ਉਸ ਤੋਂ ਬਾਅਦ ਫਿਰ ਤੁਸੀਂ ਤਰੀਕ ਲਿਖੋਗੇ। ਫਿਰ ਤਰੀਕ ਲਿਖਣੀ ਹੈ 7 ਅਪ੍ਰੈਲ 2020, 7 ਅਪ੍ਰੈਲ, ਕੌਮਾ, 2020, ਫੁੱਲ ਸਟਾਪ। ਇੱਥੇ ਅਸੀਂ ਏਕਾਰ ਨਹੀਂ ਲਿਖ ਸਕਦੇ, ਉਹ ਤਾਂ ਫਿਰ ਸਨ ਹੀ ਬਹੁਤ ਲੰਬਾ ਹੋ ਜਾਏਗਾ। ਠੀਕ ਹੈ, 20,201 ਹੋ ਜਾਏਗਾ। ਠੀਕ ਹੈ, ਆਪਾਂ ਗੱਲ ਕਰ ਰਹੇ ਹਾਂ 2020 ਦੀ। ਇਸ ਤੋਂ ਬਾਅਦ ਆਪਾਂ ਲਿਖਣਾ ਹੈ ਵਿਸ਼ਾ। ਵਿਸ਼ੇ ਦਾ ਮਤਲਬ ਸਬਜੈਕਟ ਕੀ ਹੈ, ਕਿਸ ਬਾਰੇ ਲਿਖਣਾ ਚਾਹ ਰਹੇ ਹਾਂ। ਦੋ ਬਿੰਦੀਆਂ ਡੈਸ਼, ਜ਼ਰੂਰੀ ਕੰਮ ਲਈ ਛੁੱਟੀ ਬਾਰੇ। ਆਮ ਜੀ ਗੱਲ ਹੈ। ਸਾਡੇ ਕੋਲ ਕੀ ਸੀਗਾ, ਸਾਡਾ ਜਿਹੜਾ ਅਰਜ਼ੀ ਦਾ ਹੈਡਿੰਗ ਸੀਗਾ, ਸਕੂਲ ਦੇ ਪ੍ਰਿੰਸੀਪਲ ਨੂੰ ਜ਼ਰੂਰੀ ਕੰਮ ਲਈ ਛੁੱਟੀ ਲੈਣ ਲਈ ਅਰਜ਼ੀ ਲਿਖੋ। ਉਹਦੇ ਵਿੱਚੋਂ ਹੀ ਆਪਾਂ ਕੱਢ ਲਿਆ ਜ਼ਰੂਰੀ ਕੰਮ ਲਈ ਛੁੱਟੀ ਬਾਰੇ। ਇਸ ਤੋਂ ਬਾਅਦ ਡੰਡੀ। ਫਿਰ ਤੁਸੀਂ ਲਿਖੋਗੇ ਸ੍ਰੀਮਾਨ ਜੀ, ਫਿਰ ਕੌਮਾ। ਸੇਵਾ ਵਿੱਚ ਕੌਮਾ ਨਹੀਂ ਸੀ, ਵਿਸ਼ੇ ਤੋਂ ਬਾਅਦ ਆਇਆ ਦੋ ਬਿੰਦੀਆਂ ਡੈਸ਼, ਅਤੇ ਹੁਣ ਸ੍ਰੀਮਾਨ ਜੀ, ਕੌਮਾ ਹੈ। ਬੇਨਤੀ ਹੈ ਕਿ, ਇਹ ਜਿਹੜਾ ਕੇ ਪੈਣਾ, ਕੱਕੇ ਨੂੰ ਸਿਆਰੀ ਵਾਲਾ ਪੈਣਾ। ਕੇ ਉਹ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਕਿਰਿਆ ਤੋਂ ਬਾਅਦ ਵਾਲਾ ਹੁੰਦਾ ਹੈ। ਕੰਮ ਕਰਕੇ, ਜਾ ਕੇ, ਉਹ ਕੱਕੇ ਨੂੰ ਲਾਉਣ ਵਾਲਾ ਹੁੰਦਾ ਹੈ। ਇਹ ਹੈ ਮੈਂ ਬੇਨਤੀ ਕਰਦਾ ਹਾਂ ਕਿ, ਮੈਨੂੰ ਇਹ ਕੰਮ ਹੈ ਕਿ, ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ, ਕੌਮਾ, ਜਿਸ ਕਾਰਨ ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦਾ। ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ। ਫਿਰ ਤੁਸੀਂ ਇੱਥੇ ਡੰਡੀ ਵੀ ਲਗਾ ਸਕਦੇ ਹੋ, ਇਹ ਤੋਂ ਬਾਅਦ ਲਿਖ ਸਕਦੇ ਹੋ ਇਸ ਕਰਕੇ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ। ਹੁਣ ਆਪਾਂ ਅੱਧੀ ਗੱਲ ਅਜੇ ਜਿਸ ਕਰਕੇ ਲਿਖਿਆ, ਇਸ ਕਰਕੇ ਇੱਥੇ ਕੌਮਾ ਆ ਜਾਏਗਾ। ਜਿਸ ਕਾਰਨ ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦਾ, ਡੰਡੀ ਆ ਗਈ। ਕਿਰਪਾ ਕਰਕੇ ਮੈਨੂੰ 1 ਦਿਨ ਦੀ ਛੁੱਟੀ ਦਿੱਤੀ ਜਾਵੇ, ਫਿਰ ਡੰਡੀ ਆ ਗਈ। ਆਪ ਜੀ ਦਾ ਧੰਨਵਾਦੀ ਹੋਵਾਂਗਾ, ਡੰਡੀ। ਆਪ ਜੀ ਦਾ ਆਗਿਆਕਾਰੀ, ਸੰਦੀਪ ਸਿੰਘ, 8ਵੀਂ ਡੀ, ਰੋਲ ਨੰਬਰ 36। ਹੁਣ ਤੁਸੀਂ ਇੱਥੇ ਵੀ ਧਿਆਨ ਰੱਖੋ, ਪਹਿਲੇ ਆਪਾਂ ਲਿਖਿਆ ਆਪ, ਬਿਲਕੁਲ ਉਹਦੇ ਨੀਚੇ ਸੰਦੀਪ, ਸੱਸੇ ਨੂੰ ਟਿੱਪੀ ਵਾਲਾ ਸੰਦੀਪ, ਬਿਲਕੁਲ ਉਹਦੀ ਸੇਧ ਵਿੱਚ 8ਵੀਂ ਐੜੇ ਦੇ ਉੱਤੇ ਅਧਕ ਵਾਲਾ ਸ਼ੁਰੂ ਹੋ ਜਾਏਗਾ, ਬਿਲਕੁਲ ਉਹਦੀ ਸੇਧ ਵਿੱਚ ਰੋਲ ਨੰਬਰ ਵਾਲਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਇਹਦੀ ਜਿਹੜੀ ਅਰਜ਼ੀ ਦੀ ਹੈ, ਇਹ ਸੁੰਦਰਤਾ ਵੱਧਦੀ ਹੈ। ਜੇ ਉਗੜਾ ਦੁਗੜਾ ਲਿਖਾਂਗੇ ਤਾਂ ਉਹ ਅਰਜ਼ੀ ਇੰਨੀ ਸੋਹਣੀ ਨਹੀਂ ਲਿਖੀ ਜਾਏਗੀ, ਜਚੇਗੀ ਹੀ ਨਹੀਂ, ਅਤੇ ਤੁਸੀਂ ਇਹਨੂੰ ਜਚਾਓਗੇ ਵੀ, ਕਿਉਂਕਿ ਤੁਸੀਂ ਇਹਦੇ ਨੰਬਰ ਲੈਣੇ ਹੈ। ਕਿਉਂਕਿ ਇਮਤਿਹਾਨੀ ਚੀਜ਼ਾਂ ਇਹ ਜ਼ਿਆਦਾ ਹੈ, ਇਹ ਤੁਹਾਨੂੰ ਸਿੱਖਣੀਆਂ ਪੈਣਗੀਆਂ। ਇਸ ਕਰਕੇ ਨੰਬਰ ਲੈਣ ਵਾਸਤੇ ਆਪਾਂ ਕਿਤੇ ਵੀ ਕੋਈ ਗਲਤੀ ਨਹੀਂ ਕਰਾਂਗੇ। ਇੱਕ ਵਾਰੀ ਫਿਰ ਦੇਖੀਏ, ਸੇਵਾ ਵਿੱਚ ਕੋਈ ਕੌਮਾ ਨਹੀਂ,
प्रिंसिपल जी कॉमा है, डैश डैश स्कूल कॉमा है, डैश डैश नगर कॉमा है, ਤੇ ਅੱਗੋਂ ਆਪਾਂ ਸ਼ਹਿਰ ਦਾ ਨਾਮ ਲਿਖਣਾ ਹੈ, ਡੈਸ਼ ਡੈਸ਼ ਸ਼ਹਿਰ। ਫਿਰ ਆਪਾਂ ਤਰੀਕ ਲਿਖੀ ਹੈ 7 ਅਪ੍ਰੈਲ 2020। ਵਿਸ਼ਾ 2 ਬਿੰਦੀਆਂ ਡੈਸ਼ ਜ਼ਰੂਰੀ ਕੰਮ ਲਈ ਛੁੱਟੀ ਬਾਰੇ ਡੰਡੀ। ਵਿਸ਼ੇ ਦੇ ਬਿਲਕੁਲ ਨੀਚੇ ਲਿਖਿਆ ਸ੍ਰੀਮਾਨ ਜੀ। ਉਹਦੇ ਤੋਂ ਅਗਲੀ ਲਾਈਨ 'ਚ ਜੀ ਤੋਂ ਬਾਅਦ 'ਚ ਸ਼ੁਰੂ ਹੋਏਗਾ, ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ, ਕੌਮਾ ਜਿਸ ਕਾਰਨ ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦਾ, ਡੰਡੀ। ਕਿਰਪਾ ਕਰਕੇ ਮੈਨੂੰ 1 ਦਿਨ ਦੀ ਛੁੱਟੀ ਦਿੱਤੀ ਜਾਵੇ, ਡੰਡੀ। ਆਪ ਜੀ ਦਾ ਧੰਨਵਾਦੀ ਹੋਵਾਂਗਾ, ਡੰਡੀ। ਹੁਣ ਤੁਸੀਂ ਫਿਰ ਸੱਜੇ ਪਾਸੇ ਸ਼ੁਰੂ ਕੀਤਾ, ਆਪ ਜੀ ਦਾ ਆਗਿਆਕਾਰੀ, ਦੈਨ ਸੰਦੀਪ ਸਿੰਘ, ਬਿਲਕੁਲ ਆਪ ਜਿੱਥੇ ਲਿਖਿਆ ਸੀ ਉਹਦੇ ਨੀਚੇ 8ਵੀਂ ਡੀ। ਤੁਸੀਂ ਜਿਹੜੀ ਵੀ ਕਲਾਸ 'ਚੋਂ ਤੁਸੀਂ ਕਲਾਸ ਲਿਖੋਗੇ ਉਹ ਤੁਸੀਂ ਬਿਲਕੁਲ ਇੱਕ ਸੇਧ ਵਿੱਚ, ਅਤੇ ਰੋਲ ਨੰਬਰ ਦਾ ਰਾਰਾ, 8ਵੀਂ ਜਾਂ 9ਵੀਂ ਜੋ ਵੀ ਤੁਸੀਂ ਲਿਖਣਾ ਹੈ, 6ਵੀਂ 5ਵੀਂ ਚੌਥੀ, ਉਹਦਾ ਉਹ ਸ਼ਬਦ, ਉਹ ਅੱਖਰ ਬਿਲਕੁਲ ਉਹਦੇ ਨੀਚੇ ਨਾਮ ਵਾਲੇ ਦੇ ਨੀਚੇ ਆਏਗਾ, ਅਤੇ ਆਪਾਂ ਇਸ ਤਰ੍ਹਾਂ ਲਿਖ ਲਵਾਂਗੇ। ਮੇਰਾ ਖਿਆਲ ਹੈ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਜ਼ਰੂਰੀ ਕੰਮ ਲਈ ਜੇ ਅਰਜ਼ੀ ਲਿਖਣੀ ਹੋਵੇ ਤਾਂ ਆਪਾਂ ਕਿਵੇਂ ਲਿਖ ਸਕਦੇ ਹਾਂ। ਜ਼ਰੂਰੀ ਕੰਮ ਜ਼ਰੂਰੀ ਨਹੀਂ ਕਿ ਮੈਨੂੰ ਅੱਜ ਘਰ ਜ਼ਰੂਰੀ ਕੰਮ ਹੈ, ਮੈਂ ਅੱਜ ਬਾਜ਼ਾਰ ਜਾਣਾ ਹੈ, ਮੈਂ ਅੱਜ ਪਾਸਪੋਰਟ ਆਫਿਸ ਜਾਣਾ ਹੈ, ਮੈਂ ਅੱਜ ਚੰਡੀਗੜ੍ਹ ਜਾਣਾ ਹੈ, ਉੱਥੇ ਮੈਨੂੰ ਜ਼ਰੂਰੀ ਕੰਮ ਹੈ। ਤੁਸੀਂ ਆਪਣੇ ਤਰੀਕੇ ਨਾਲ ਕੋਈ ਵੀ ਲਿਖ ਸਕਦੇ ਹੋ। ਧੰਨਵਾਦ।